ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਵਰੁਣ ਭੱਟ। ਅੱਜ ਵਰਲਡ ਹੋਮਿਓਪੈਥੀ ਡੇ ਹੈ ਤੇ ਲੋਕਾਂ ਦਾ ਰੁਝਾਨ ਕਿੰਨਾ ਕੁ ਹੋਮਿਓਪੈਥੀ ਦਵਾਈਆਂ ਵੱਲ ਗਿਆ ਹੈ, ਇਸ ਬਾਰੇ ਚਰਚਾ ਕਰਨ ਲਈ ਸਾਡੇ ਨਾਲ ਸਾਬਕਾ ਪ੍ਰੋਫੈਸਰ ਅਤੇ ਮੰਨੇ ਪ੍ਰਮੰਨੇ ਡਾਕਟਰ ਖਰਬੰਦਾ ਜੀ ਮੌਜੂਦ ਹਨ। ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਅੱਜ ਵਰਲਡ ਹੋਮਿਓਪੈਥੀ ਡੇ ਹੈਗਾ, ਸੈਲੀਬ੍ਰੇਟ ਹੋ ਰਿਹਾ ਹੈਗਾ ਹਰ ਇੱਕ ਇੰਸਟੀਟਿਊਸ਼ਨਸ ਦੇ ਵਿੱਚ। ਪਹਿਲਾ ਸਵਾਲ ਇਹ ਹੈ ਕਿ ਪਹਿਲਾਂ ਲੋਕ ਕਤਰਾਉਂਦੇ ਸੀਗੇ ਕਿ ਇਸ ਦਵਾਈ ਨਾਲ ਲੇਟ ਅਸਰ ਹੁੰਦਾ ਹੈ ਅਤੇ ਅੱਜ ਦੀ ਤੇਜ਼ੀ ਦੇ ਯੁੱਗ ਦੇ ਵਿੱਚ ਲੋਕਾਂ ਨੂੰ ਰਿਜ਼ਲਟ ਵੀ ਜਲਦੀ ਚਾਹੀਦਾ, ਇਸ ਕਰਕੇ ਦੂਜੀਆਂ ਦਵਾਈਆਂ ਵੱਲ ਰੁਝਾਨ ਗਿਆ, ਲੇਕਿਨ ਉਹਨਾਂ ਦੇ ਸਾਈਡ ਇਫੈਕਟ ਵੀ ਬਹੁਤ ਪੈਣ ਲੱਗੇ। ਹੁਣ ਤਾਜ਼ਾ ਅੰਕੜੇ ਕੀ ਕਹਿੰਦੇ ਨੇ? ਦੇਖੋ ਜੀ, ਤਾਜ਼ਾ ਅੰਕੜੇ ਇਹ ਕਹਿੰਦੇ ਨੇ ਵਰਲਡ 'ਚ ਨੰਬਰ 2 'ਤੇ ਹੋਮਿਓਪੈਥੀ ਆਲਰੇਡੀ ਆ ਚੁੱਕੀ ਹੈ। ਸਭ ਤੋਂ ਪਹਿਲਾਂ ਮਾਡਰਨ ਮੈਡੀਸਨ ਹੈ, ਸਾਰੇ ਵਿਸ਼ਵ 'ਚ ਹੈ ਹੀ ਹੈ, ਉਹ ਖੈਰ ਉਹਦੇ 'ਚ ਕੋਈ ਡਾਊਟ ਨਹੀਂ ਹੈ। ਲੇਕਿਨ ਨੰਬਰ 2 'ਤੇ ਹੋਮਿਓਪੈਥੀ ਪੂਰੇ ਵਿਸ਼ਵ 'ਚ ਆ ਚੁੱਕੀ ਹੈ। ਲੋਕਾਂ ਨੇ ਐਕਸੈਪਟੈਂਸ ਇਹਨੂੰ ਦੇ ਦਿੱਤੀ। ਕੁਝ ਦੇਸ਼ਾਂ 'ਚ ਹਲੇ ਵੀ ਐਕਸੈਪਟੈਂਸ ਨਹੀਂ ਹੈਗੀ, ਲੇਕਿਨ ਮੋਸਟ ਆਫ ਦੀ ਕੰਟਰੀਜ਼। ਦੇਖੋ, ਇਹਦੇ 'ਚ ਨਾ ਇੱਕ ਬੜਾ ਇੰਟਰਸਟਿੰਗ ਹੈ, ਟਾਈਮ 'ਤੇ ਹੋਮਿਓਪੈਥੀ 'ਤੇ ਅਵਧਾਰਨਾ ਉੱਠ ਜਾਂਦੀ ਹੁੰਦੀ ਜੀ। ਇਹ ਤਾਂ ਸੂਡੋ ਸਾਇੰਸ ਹੈ ਜੀ, ਕਈ ਅੰਗਰੇਜ਼ੀ ਦਵਾਈਆਂ ਵਾਲੇ ਕਹਿ ਦਿੰਦੇ ਨੇ। ਉਹ ਅਸੀਂ ਉਹਨਾਂ ਨੂੰ ਇਹ ਪੁੱਛਦੇ ਹਾਂ ਵੀ ਤੁਹਾਡੇ ਸਾਈਡ ਇਫੈਕਟ, ਉਹਨਾਂ ਕੋਲ ਇੱਕ ਜ਼ੁਕਾਮ ਤੱਕ ਦਾ ਇਹਦਾ ਇਲਾਜ ਨਹੀਂ ਹੈ ਕੋਈ। ਐਲੋਪੈਥਿਕ 'ਚ ਦੇਖੋ, ਹਰ ਕੋਈ ਵੀ ਸਿਸਟਮ ਕੰਪਲੀਟ ਨਹੀਂ ਹੁੰਦਾ। ਜਿੱਥੋਂ ਤੱਕ ਅਸੀਂ ਐਲੋਪੈਥੀ ਦੀ ਗੱਲ ਕਰਨੇ ਆ, ਸਰਜਰੀ 'ਚ ਉਹ ਟੌਪ 'ਤੇ ਨੇ ਔਰ ਐਮਰਜੈਂਸੀ 'ਚ ਉਹ ਬਹੁਤ ਅੱਛੇ ਨੇ, ਦੋਨੋਂ 'ਚ ਬਹੁਤ ਅੱਛੇ ਨੇ। ਲੇਕਿਨ ਜਦੋਂ ਗੱਲ ਆਉਂਦੀ ਕ੍ਰੋਨਿਕ ਡਿਜ਼ੀਜ਼ ਦੀ, ਜਿਹੜੀਆਂ ਪੁਰਾਣੀਆਂ ਬਿਮਾਰੀਆਂ, ਹਾਰਟ ਦੀ ਡਿਜ਼ੀਜ਼ ਹੈ, ਡਾਇਬਟੀਜ਼ ਹੈ, ਉਹਦੇ 'ਚ ਕੋਈ ਉਹਨਾਂ ਕੋਲ ਇਲਾਜ ਨਹੀਂ। ਉਹ ਸਿਰਫ ਟੈਂਪਰੇਰੀ ਇਲਾਜ ਕਰਕੇ ਸਾਰੀ ਉਮਰ ਦਵਾਈਆਂ 'ਤੇ ਪਾ ਦਿੰਦੇ ਨੇ। ਅਸੀਂ ਕੀ ਕਰਦੇ ਹਾਂ? ਅਸੀਂ ਕਾਰਨ ਲੱਭਦੇ ਹਾਂ, ਉਹਦਾ ਕਾਰਨ ਲੱਭ ਕੇ ਮੁੜ ਤੋਂ ਕਾਰਨ ਲੱਭ ਕੇ ਉਹਦਾ ਨਿਵਾਰਨ ਕਰਦੇ ਹਾਂ। ਸੋ ਹੋਮਿਓਪੈਥੀ ਦੀ ਸੰਭਾਵਨਾ ਬਹੁਤ ਜ਼ਿਆਦਾ ਨੇ ਔਰ ਬੜੀ ਲੋਕਾਂ ਨੂੰ ਸਮਝ ਆ ਗਈ ਹੈ। ਖਾਸ ਕਰ ਇਸ ਮਹਾਮਾਰੀ ਤੋਂ ਬਾਅਦ ਬਿਲਕੁਲ ਕਲੀਅਰ ਹੋ ਗਿਆ ਵੀ ਸਿਹਤ ਹੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਪੈਸਾ ਇੰਪੋਰਟੈਂਟ ਨਹੀਂ ਹੈ, ਸਿਹਤ ਇੰਪੋਰਟੈਂਟ ਹੈ। ਇਹਦੇ ਨਤੀਜੇ ਅਸੀਂ ਕੋਵਿਡ ਦੇ ਵਿੱਚ ਵੀ ਦੇਖਿਆ। ਜਦੋਂ ਕੋਵਿਡ ਫੈਲਿਆ ਤਾਂ ਉਸ ਤੋਂ ਬਾਅਦ ਲੋਕਾਂ ਨੇ ਆਪਣੇ ਘਰ ਦੇ ਵਿੱਚ ਦੇਸੀ ਰੈਮਡੀਜ਼ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤੀਆਂ। ਹੁਣ ਫੇਰ ਨਵੀਂ ਲਹਿਰ ਦਾ ਜ਼ਿਕਰ ਹੋ ਰਿਹਾ। ਲੋਕ ਮਤਲਬ ਆਪਣੀ ਇਮਿਊਨਿਟੀ ਵਧਾਉਣ ਦੇ ਲਈ ਇਸ ਵੱਲ ਨੂੰ ਹੀ ਰਹੇ ਨੇ। ਬਿਲਕੁਲ ਠੀਕ ਹੈ ਜੀ। ਦੇਖੋ, ਜਿਹੜਾ ਕੋਵਿਡ ਹੈ, ਉਹਦਾ ਜੇ ਤੁਸੀਂ ਉਹਦਾ ਸਟਰਕਚਰ ਦੇਖੋ ਤਾਂ ਉਹਦੇ ਉੱਪਰ ਸਪਾਈਕ ਪ੍ਰੋਟੀਨ ਲੱਗੀ ਹੈ। ਜਦੋਂ ਉਹ ਸਰੀਰ 'ਚ ਜਾਂਦਾ ਹੈ ਤਾਂ ਆਪਣੀ ਸਪਾਈਕ ਪ੍ਰੋਟੀਨ ਜਿੱਦਾਂ ਬੁਲਟ ਛੱਡ ਦਿੰਦਾ, ਉੱਦਾਂ ਹੀ ਬੁਲਟ ਛੱਡਦਾ। ਲੇਕਿਨ ਉਹ ਫਿਰ ਪੂਰੇ ਸਰੀਰ 'ਚ ਘੁੰਮ ਕੇ ਜਿੱਥੇ ACE2 ਰਿਸੈਪਟਰ ਉਹਨੂੰ ਮਿਲਦੇ ਆ ਅਤੇ ਉਹ ਉੱਥੇ ਜਾ ਕੇ ਕਬਜ਼ਾ ਕਰ ਲੈਂਦਾ। ਸੋ ਇਹਨੇ ਨੁਕਸਾਨ ਇੱਕੋ ਹੀ ਕੀਤਾ, ਸ਼ੂਗਰ ਵਧਾਈ ਆ ਲੋਕਾਂ ਦੀ ਔਰ ਇਹਨੇ ਫੇਫੜਿਆਂ 'ਤੇ ਨੁਕਸਾਨ ਕੀਤਾ। ਇਹ ਦੋ ਜਗ੍ਹਾ ਇਸ ਮਹਾਮਾਰੀ ਨੇ ਬਹੁਤ ਨੁਕਸਾਨ ਕੀਤਾ। ਅਤੇ ਜਿੱਥੇ ਤੱਕ ਅਸੀਂ ਹੋਮਿਓਪੈਥੀ ਦੀ ਗੱਲ ਕਰੀਏ, ਅੱਜ ਦਾ ਦਿਹਾੜਾ, ਅੱਜ ਤੋਂ 236 ਸਾਲ ਪਹਿਲਾਂ ਹੋਮਿਓਪੈਥੀ ਇਜਾਦ ਹੋਈ ਸੀ। ਡਾਕਟਰ ਸੈਮੂਅਲ ਕ੍ਰਿਸਚਨ ਫਰੈਡਰਿਕ ਹੈਨੀਮਨ ਇਹਦੇ ਫਾਊਂਡਰ ਸੀ, ਜਰਮਨ 'ਚ ਉਹਨਾਂ ਨੇ ਇਜਾਦ ਕੀਤੀ ਸੀ। ਔਰ ਇਹ ਐਕਸੀਡੈਂਟਲੀ ਹੋਈ ਇਜਾਦ ਵੀ। ਬੜੀ ਇੰਟਰਸਟਿੰਗ ਗੱਲ ਹੈ, ਕਿੱਦਾਂ ਇਜਾਦ ਹੋਈ, ਬੜੀ ਇੰਟਰਸਟਿੰਗ ਹੈ। ਉਹ ਖੁਦ ਐਲੋਪੈਥਿਕ ਦੇ ਡਾਕਟਰ ਸੀ ਅਤੇ ਪ੍ਰੈਕਟਿਸ ਕਰਦੇ ਕਰਦੇ ਉਹਨਾਂ ਨੂੰ ਗੱਲ ਨਹੀਂ ਸੀ ਬਣ ਰਹੀ ਇਲਾਜ, ਕਿਉਂਕਿ ਉਦੋਂ ਹਲੇ ਐਲੋਪੈਥਿਕ ਪੂਰੀ ਡਿਵੈਲਪ ਨਹੀਂ ਸੀ। ਉਦੋਂ ਇਲਾਜ ਕਿੱਦਾਂ ਹੁੰਦਾ ਸੀ? ਲੀਚਾਂ ਲਾ ਕੇ ਜਾਂ ਖੂਨ ਕੱਢ ਕੇ, ਕੁਛ ਇੱਦਾਂ ਦੇ ਤਰੀਕੇ ਵਰਤੇ ਜਾਂਦੇ ਸੀ। ਉਦੋਂ ਦਵਾਈਆਂ ਨਹੀਂ ਸੀ ਹੁੰਦੀਆਂ ਜ਼ਿਆਦਾ। ਅਤੇ ਉਹਨਾਂ ਨੇ ਉਹ ਫਿਰ ਕਹਿੰਦੇ ਯਾਰ ਮੈਂ ਪ੍ਰੈਕਟਿਸ ਨਹੀਂ ਕਰਨੀ, ਕਾਮਯਾਬ ਨਹੀਂ ਹੋ ਰਿਹਾ, ਰਿਜ਼ਲਟ ਹੀ ਨਹੀਂ ਮਿਲਦੇ। ਉਹ ਲਿੰਗੁਇਸਟ ਵੀ ਸੀ। ਲਿੰਗੁਇਸਟ ਮਤਲਬ ਜਿਹੜੇ ਕਾਫੀ ਸਾਰੀ ਲੈਂਗੁਏਜਸ ਜਾਣਦਾ ਹੈ। ਉਹਨਾਂ ਨੇ ਮੈਡੀਕਲ ਬੁੱਕਸ ਜਰਮਨ ਤੋਂ ਅੰਗਰੇਜ਼ੀ 'ਚ ਜਾਂ ਹੋਰ ਲੈਂਗੁਏਜਸ 'ਚ ਟਰਾਂਸਲੇਟ ਕਰਨੀਆਂ ਸ਼ੁਰੂ ਕਰਤੀਆਂ। ਇੱਕ ਦਵਾਈ ਸੀ ਸਿਨਕੋਨਾ ਬਾਰਕ, ਉਹਦੇ 'ਤੇ ਲਿਖਿਆ ਸੀ ਇਟ ਕਿਉਰਸ ਐਗਿਊ ਫੀਵਰ ਐਜ਼ ਇਟ ਇਰੀਟੇਟਸ ਸਟਮਕ। ਉਹ ਕਹਿੰਦੇ ਯਾਰ ਇਹ ਤਾਂ ਗਲਤ ਗੱਲ ਹੈ, ਇਰੀਟੇਟ ਸਟਮਕ ਨੂੰ ਤਾਂ 1000 ਦਵਾਈਆਂ ਕਰਦੀਆਂ, ਸਾਰੀਆਂ ਕਿਉਂ ਨਹੀਂ? ਐਗਿਊ ਮੀਨਸ ਮਲੇਰੀਆ ਫੀਵਰ, ਸਾਰੀਆਂ ਕਿਉਂ ਨਹੀਂ ਠੀਕ ਕਰਦੀਆਂ? ਉਹ ਖੋਜੀ ਸਾਇੰਟਿਸਟ ਦਾ ਦਿਮਾਗ ਖੋਜੀ ਹੁੰਦਾ, ਗਏ ਬਾਹਰ, ਬਾਰਕ ਦੀ ਉਹ ਪੇੜ ਦੀ ਛਾਲ ਲਈ ਅਤੇ ਪੀ ਲਈ ਆਪ। ਜਦੋਂ ਪੀਤੀ ਅਤੇ ਬੁਖਾਰ ਦੇ ਸਿੰਪਟਮ ਆ ਗਏ ਉਹਨਾਂ ਨੂੰ। ਉੱਥੋਂ ਹੋਮਿਓਪੈਥੀ ਦਾ ਇਜਾਦ ਹੋਇਆ। ਲਾਈਕ ਕਿਉਰਸ ਲਾਈਕ, ਸਿਮਲਿਬਸ ਕਰੰਟੋ। ਮਤਲਬ ਜਿਹੜੀ ਚੀਜ਼ ਨਾਲ ਜਿਹੜੀ ਬਿਮਾਰੀ ਦੇ ਸਿੰਪਟਮਸ ਆ ਸਕਦੇ ਨੇ ਉਹਨੂੰ ਠੀਕ ਵੀ ਕਰ ਸਕਦੇ ਨੇ, ਉੱਥੋਂ ਇਹ ਬਣਿਆ। ਔਰ ਇਹਦੇ 'ਚ ਕਿਉਂਕਿ ਇਹ ਜਿਹੜੀ ਹੋਮਿਓਪੈਥੀ ਹੈ ਇਹ ਡਾਇਨਾਮਾਈਜੇਸ਼ਨ 'ਤੇ ਹੈ ਔਰ ਡਿਲਿਊਸ਼ਨਸ 'ਚ ਹੁੰਦੀ ਹੈ। ਇਹਦੇ 'ਚ ਦਵਾਈ ਦੀ ਫਿਜ਼ੀਕਲ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਕਰਕੇ ਇਹਦੇ 'ਚ ਸਾਈਡ ਇਫੈਕਟ ਦਾ ਕੋਈ ਬਿਲਕੁਲ ਵੀ ਸਕੋਪ ਨਹੀਂ ਹੈ। ਡਾਕਟਰ ਸਾਹਿਬ, ਜੇਕਰ ਆਪਾਂ ਆਪਣੇ ਨੌਰਥ ਰੀਜਨ ਦੀ ਗੱਲ ਕਰ ਲਈਏ, ਬਹੁਤ ਜ਼ਿਆਦਾ ਤੇਜ਼ੀ ਦੇ ਨਾਲ, ਚਾਹੇ ਉਹ ਹੁਣ ਦਿਲ ਦੇ ਰੋਗ ਹੋਣ, ਜਿਮ ਦੇ ਵਿੱਚ ਜਾਂ ਨੌਜਵਾਨ ਮੁੰਡੇ ਕੁੜੀਆਂ
ਨੱਚ ਦੇ ਵਿਆਹਾਂ ਦੇ ਵਿੱਚ ਉਹ ਗਿਰ ਰਹੇ ਨੇ, ਮੌਤਾਂ ਹੋ ਰਹੀਆਂ ਨੇ, ਕੈਂਸਰ ਲਗਾਤਾਰ ਫੈਲ ਰਿਹਾ ਹੈਗਾ, ਐਨਵਾਇਰਨਮੈਂਟ ਜਿਹੜਾ ਹੈਗਾ ਉਹ ਖਰਾਬ ਹੋ ਰਿਹਾ ਹੈ। ਪਰ ਤਾਜ਼ਾ ਅੰਕੜੇ ਕੀ ਕਹਿੰਦੇ ਨੇ? ਖਾਸ ਕਰ ਮੈਂ ਕੈਂਸਰ ਤੇ ਦਿਲ ਦੇ ਰੋਗਾਂ ਬਾਰੇ ਪੁੱਛੂੰਗਾ ਕਿ ਹੋਮਿਓਪੈਥੀ ਰਾਹੀਂ ਇਲਾਜ ਇਹਨਾਂ ਦਾ ਕੀ ਸਕਸੈਸਫੁਲੀ ਹੋ ਰਿਹਾ ਹੁਣ? 2017 ਚ ਨੋਇਡਾ ਚ ਇੱਕ ਸਾਡਾ ਰਿਸਰਚ ਇੰਸਟੀਚਿਊਟ ਹੈ, ਉੱਥੇ ਇਹ ਬਿਲਕੁਲ ਇਹਦਾ ਇੱਕ ਸਿਸਟਮ ਸ਼ੁਰੂ ਹੋਇਆ ਸੀ ਔਰ 2017 ਚ ਉੱਥੋਂ ਕੈਂਸਰ ਤੇ ਰਿਸਰਚ ਹੋ ਰਹੀ ਹੈ। ਸੈਂਟਰਲ ਕਾਉਂਸਲ ਆਫ ਰਿਸਰਚ ਹੋਮਿਓਪੈਥੀ ਗਵਰਨਮੈਂਟ ਆਫ ਇੰਡੀਆ ਦੀ ਬਾਡੀ ਹੈ, 1000 ਕਰੋੜ ਰੁਪਏ ਦਾ ਉਹਨਾਂ ਦਾ ਰਿਸਰਚ ਹੋਮਿਓਪੈਥੀ ਦਾ ਬਜਟ ਹੈ ਇਸ ਸਾਲ ਦਾ। ਸੋ ਬਿਲਕੁਲ ਲੇਟੈਸਟ ਆਯੂਸ਼ ਮੰਤਰਾਲੇ ਦੇ ਹੇਠ ਇੱਥੇ ਹਫਤਾ ਪਹਿਲਾਂ ਆਯੁਰਵੈਦਿਕ ਕਾਲਜ ਸੈਕਟਰ 46 ਚ 3 ਦਿਨ ਦਾ ਸਮਾਰੋਹ ਹੋਇਆ। ਉਹਦੇ 'ਚ ਹਰਿਆਣਾ ਦੇ ਸੀਐਮ ਨੇ ਉਦਘਾਟਨ ਕੀਤਾ ਤੇ ਕਲੋਜ਼ਿੰਗ ਸੈਰਮਨੀ ਤੇ ਡਾਕਟਰ ਬਲਬੀਰ ਸਿੰਘ ਪੰਜਾਬ ਦੇ ਹੈਲਥ ਮਿਨਿਸਟਰ ਆਏ। ਔਰ ਹੁਣ ਜਿਹੜਾ ਮੌਕਾ, ਉਹਨਾਂ ਦੋਨਾਂ ਨੇ ਇਹੀ ਗੱਲ ਕਹੀ ਕਿ ਇੰਟੀਗ੍ਰੇਟਿਡ ਮੈਡੀਸਨ ਦਾ ਜ਼ਮਾਨਾ ਆ ਰਿਹਾ ਹੈ ਔਰ ਸਰਕਾਰਾਂ ਵੀ ਇਸੇ ਵੱਲ ਕੰਮ ਕਰ ਰਹੀਆਂ। ਇੰਟੀਗ੍ਰੇਟਿਡ ਮੈਡੀਸਨ ਦਾ ਮਤਲਬ ਹੈ ਹੋਮਿਓਪੈਥੀ, ਐਲੋਪੈਥੀ, ਆਯੁਰਵੇਦ, ਨੈਚੁਰੋਪੈਥ, ਸਿੱਧਾ, ਯੂਨਾਨੀ, ਯੋਗ, ਨੈਚੁਰੋਪੈਥੀ ਸਾਰਿਆਂ ਨੂੰ ਮਿਲਾ ਕੇ ਇੱਕ ਇਲਾਜ ਕੀਤਾ ਜਾਏ ਤਾਂ ਕਿ ਜਿਹਦਾ ਜੋ ਬੈਨੀਫਿਟ ਹੈ, ਜਿਹੜੇ ਸਿਸਟਮ 'ਚ ਜੋ ਚੀਜ਼ ਚੰਗੀ ਹੈ ਉਹਨੂੰ ਅਡਾਪਟ ਕੀਤਾ ਜਾਏ ਔਰ ਸਾਰਿਆਂ ਦਾ ਇਲਾਜ ਕੀਤਾ ਜਾਏ। ਇਹ ਲੇਟੈਸਟ ਇੰਟੀਗ੍ਰੇਸ਼ਨ ਜਿਹੜੀ ਹੈ ਇਹ ਸ਼ੁਰੂ ਹੋਈ ਹੈ। ਔਰ ਜਿੱਥੇ ਤੱਕ ਤੁਸੀਂ ਗੱਲ ਕੀਤੀ ਕੈਂਸਰ ਤੇ ਹਾਰਟ ਦੇ ਮਰੀਜ਼ਾਂ ਦੀ, ਦੇਖੋ ਹਾਰਟ ਦੇ ਮਰੀਜ਼ ਸਾਰੇ ਨਹੀਂ ਗਿਰ ਗਿਰ ਕੇ ਮਰ ਜਾਂਦੇ। ਜਿਨ੍ਹਾਂ 'ਚ ਜੇ ਸਭ ਤੋਂ ਵੱਡੀ ਅਲਾਰਮਿੰਗ ਜਿਹੜੀ ਸਟੱਡੀ ਹੈ ਉਹ ਇਹ ਕਹਿੰਦੀ ਹੈ ਕਿ ਚੰਡੀਗੜ੍ਹ 'ਚ ਹਰ ਤੀਸਰੇ ਯੰਗ ਬੰਦੇ ਦਾ ਬੀਪੀ ਹਾਈ ਹੈ ਔਰ ਉਹਨਾਂ 'ਚੋਂ ਅੱਧਿਆਂ ਨੂੰ ਇਹ ਪਤਾ ਹੀ ਨਹੀਂ ਕਿ ਉਹਨਾਂ ਨੂੰ ਬੀਪੀ ਹਾਈ ਹੈ, ਕਿਉਂਕਿ ਬੀਪੀ ਦਾ ਕੋਈ ਸਿੰਪਟਮ ਨਹੀਂ ਹੁੰਦਾ। ਹਾਈ ਬੀਪੀ ਦਾ ਕੋਈ ਸਿੰਪਟਮ ਨਹੀਂ ਹੈ। ਤੁਸੀਂ ਹਾਈ ਬੀਪੀ ਲੈ ਕੇ 5-6 ਸਾਲ ਬਿਲਕੁਲ ਚੱਲਦੇ ਰਹਿੰਦੇ ਹੋ ਔਰ ਬਾਅਦ 'ਚ ਫਿਰ ਸਡਨਲੀ ਹਾਰਟ ਅਟੈਕ ਹੋ ਜਾਂਦਾ। ਇਹ ਸਕਰੀਨਿੰਗ ਜਿਹੜਾ ਇਹਦਾ ਦੇਖੋ, ਸਕਰੀਨਿੰਗ ਬਹੁਤ ਇੰਪੋਰਟੈਂਟ ਹੈ। ਇੱਕ ਬਲੱਡ ਪ੍ਰੈਸ਼ਰ ਚੈੱਕ ਕਰਾਉਣਾ ਹਰ ਸਰਕਾਰੀ ਡਿਸਪੈਂਸਰੀ 'ਚ ਫ੍ਰੀ ਆਫ ਕਾਸਟ ਚੈੱਕ ਹੁੰਦਾ, ਅਸੀਂ ਫਿਰ ਵੀ ਨਹੀਂ ਜਾਂਦੇ। ਸੋ ਹਿੰਦੁਸਤਾਨ 'ਚ ਜਿਹੜਾ ਰਿਵਾਜ਼ ਹੈ ਕਿ ਜਦੋਂ ਬਿਮਾਰ ਹੋਵਾਂਗੇ ਉਦੋਂ ਡਾਕਟਰ ਕੋਲ ਜਾਣਾ, ਇਹ ਗਲਤ ਹੈ। ਸਾਲ 'ਚ 2 ਜਾਂ 3 ਵਾਰੀ ਤੁਹਾਨੂੰ ਆਪਣੇ ਫਿਜ਼ੀਸ਼ੀਅਨ ਨੂੰ ਮਿਲਣਾ ਚਾਹੀਦਾ, ਜਾ ਕੇ ਆਪਣੀ ਤਕਲੀਫਾਂ ਡਿਸਕਸ ਕਰਨੀਆਂ ਚਾਹੀਦੀਆਂ, ਬੀਪੀ ਚੈੱਕ ਕਰਾਉਣਾ ਚਾਹੀਦਾ ਹਰ ਐਡਲਟ ਨੂੰ। ਹੁਣ ਤਾਂ 20 ਸਾਲ ਤੋਂ ਬਾਅਦ ਬੀਪੀ ਚੈੱਕ ਕਰਾਉਣਾ ਲਾਜ਼ਮੀ ਹੈ ਇਸ ਵਕਤ ਜੀ। ਅੱਛਾ ਡਾਕਟਰ ਸਾਹਿਬ, ਆਖਰੀ ਸਵਾਲ ਹੈ ਮੇਰਾ, ਕੀ ਤੁਸੀਂ ਇਹਦੇ ਪਿੱਛੇ ਇਹ ਵੀ ਕਾਰਨ ਮੰਨਦੇ ਹੋ ਕਿ ਅਨਨੈਸੈਸਰਲੀ ਕੋਈ ਛੋਟਾ ਜਿਹਾ ਜ਼ੁਕਾਮ ਵੀ ਹੋ ਜੇ, ਅੱਜ ਕੱਲ੍ਹ ਲੋਕ ਉਹਦੀ ਵੀ ਮੈਡੀਸਿਨ ਲੈ ਲੈਂਦੇ ਨੇ, ਵੈਸੇ 72 ਘੰਟਿਆਂ 'ਚ ਆਪਣੇ ਆਪ ਜ਼ੁਕਾਮ ਠੀਕ ਹੋ ਜਾਂਦਾ, ਕੀ ਤੁਸੀਂ ਇਹ ਵੀ ਮੰਨਦੇ ਹੋ ਕਿ ਇੱਕ ਇਹ ਕਾਰਨ ਵੀ ਹੈ ਕਿ ਛੋਟੀ ਛੋਟੀ ਗੱਲ 'ਤੇ ਪਹਿਲਾਂ ਸਾਡੇ ਪੁਰਾਣੇ ਬਜ਼ੁਰਗ ਦਵਾਈ ਕੀ ਫੈਸਿਲਿਟੀ ਕਿੰਨੀ ਕੁ ਹੁੰਦੀ ਸੀ, ਤੁਹਾਨੂੰ ਪਤਾ ਹਸਪਤਾਲ ਕਿੰਨੇ ਕੁ ਹੁੰਦੇ ਸੀ, ਕਿੰਨੀਆਂ ਕੁ ਦਵਾਈਆਂ ਹੁੰਦੀਆਂ ਸੀ, ਤੇ ਅੱਜ ਦੀ ਡੇਟ ਦੇ ਵਿੱਚ ਹਸਪਤਾਲ ਵੀ ਬਹੁਤ ਨੇ, ਸਰਕਾਰੀ ਪ੍ਰਾਈਵੇਟ ਹਰ ਇੱਕ ਇੰਸਟੀਚਿਊਟ ਹਰ ਗਲੀ ਦੇ ਵਿੱਚ ਤੁਹਾਨੂੰ 10-10 20 ਵੀ ਮਿਲ ਜਾਣਗੇ, ਪਰ ਦਵਾਈਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਸੈਂਪਲ ਤੱਕ ਫੇਲ ਆ ਰਹੇ ਨੇ। ਬਿਲਕੁਲ ਵਰੁਣ ਜੀ, ਬੜਾ ਅੱਛਾ ਤੁਹਾਡਾ ਸਵਾਲ ਹੈ। ਅੱਜ ਕੱਲ੍ਹ ਤਾਂ ਲੋਕ ਕਹਿੰਦੇ ਨੇ ਸਾਡੇ ਕੋਲ ਟਾਈਮ ਨਹੀਂ ਹੈ, ਅਸੀਂ ਬਿਮਾਰ ਪੈ ਕੇ ਮੰਜੇ 'ਤੇ ਨਹੀਂ ਪੈ ਸਕਦੇ, ਸਾਨੂੰ ਤਾਂ ਅੱਜ ਹੀ ਠੀਕ ਹੋਣਾ, ਅੱਜ ਵੀ ਨਹੀਂ ਹੁਣੇ ਹੀ ਠੀਕ ਹੋਣਾ, ਹੁਣੇ ਹੀ ਠੀਕ ਹੋਣਾ ਹੈ। ਅਤੇ ਉਹ ਕੀ ਕਰਦੇ ਨੇ, ਡਾਕਟਰ ਕੋਲ ਵੀ ਨਹੀਂ ਜਾਂਦੇ। ਡਾਕਟਰ ਨੇ 500 ਰੁਪਏ ਫੀਸ ਲੈਣੀ ਹੈ, ਉਹ ਕਹਿੰਦੇ ਕੈਮਿਸਟ ਕੋਲ ਜਾਓ, ਉਹਨੂੰ ਕਹਿੰਦੇ ਭਾਈ ਮੈਨੂੰ ਜ਼ੁਕਾਮ ਹੈ, ਖਾਂਸੀ ਹੈ, ਹਲਕੀ ਜਿਹੀ ਬੁਖਾਰ ਹੈ, ਆਹ ਦਵਾਈ ਦੇਈ ਭਾਈ। ਉਹਨੇ ਕੀ ਕਰਨਾ, ਇੱਕ ਐਂਟੀਬਾਇਓਟਿਕ ਦੇ ਦੇਣੀ ਹੈ, ਇੱਕ ਐਂਟੀ ਐਲਰਜਿਕ ਦੇ ਦੇਣੀ ਹੈ, ਇੱਕ ਐਂਟੀਪਾਇਰੇਟਿਕ ਬੁਖਾਰ ਦੀ ਦੇ ਦੇਣੀ, ਇੱਕ ਐਂਟੀ ਇਨਫਲੇਮੇਟਰੀ, ਉਹਨੇ 4 ਦਵਾਈਆਂ ਦੇ ਦੇਣੀਆਂ, 2 ਡੋਜ਼ਾਂ ਤੁਹਾਨੂੰ ਫੜਾ ਦੇਣੀਆਂ। ਹੁਣ ਇਹਦੇ 'ਚ ਨੁਕਸਾਨ ਕੀ ਹੈ? ਨੁਕਸਾਨ ਇਹ ਹੈ ਕਿ ਐਂਟੀਬਾਇਓਟਿਕ ਜੇ ਤੁਸੀਂ ਲੈਣੀ ਹੈ, ਪਹਿਲੀ ਗੱਲ ਤਾਂ ਇਹ ਐਂਟੀਬਾਇਓਟਿਕ ਦਾ ਮਿਸਯੂਜ਼ ਹੈ। 80% ਜ਼ੁਕਾਮ ਦੇ ਕੇਸਾਂ 'ਚ ਨਾ ਤਾਂ ਬੁਖਾਰ ਆਉਂਦਾ ਹੈ, ਨਾ ਹੀ ਰੇਸ਼ਾ ਜਾਂ ਬਲਗਮ ਆਉਂਦੀ ਹੈ, ਤਾਂ ਐਂਟੀਬਾਇਓਟਿਕ ਆਰ ਨਾਟ ਰਿਕਵਾਇਰਡ। 80% ਜ਼ੁਕਾਮ ਆਪਣੇ ਆਪ ਠੀਕ ਹੋ ਜਾਏਗਾ। ਇਨਫਲੂਐਂਜ਼ਾ ਹੈ, ਇਨਫਲੂਐਂਜ਼ਾ ਵਾਇਰਸ ਹੈ, ਵਾਇਰਲ ਜਿੰਨੀਆਂ ਵੀ ਵਾਇਰਲ ਡਿਜ਼ੀਜ਼ ਹੈ ਉਹ ਸੈਲਫ ਲਿਮਿਟਿੰਗ ਹੈ, ਉਹ ਸਾਰੀਆਂ ਆਪਣੇ ਆਪ ਠੀਕ ਹੋ ਜਾਂਦੀਆਂ, ਉਹਦੇ 'ਚ ਕਿਸੇ ਦਵਾਈ ਦੀ ਲੋੜ ਨਹੀਂ ਹੈ। ਜੇ ਤੁਸੀਂ ਲੈਣੀ ਵਿਟਾਮਿਨ ਸੀ ਲੈ ਲਓ, ਸੰਤਰੇ ਖਾ ਲਓ, ਸਿਟਰਸ ਫੈਮਿਲੀ ਨਿੰਬੂ ਪਾਣੀ ਪੀ ਲਓ, ਤੁਸੀਂ ਉਹ ਲੈ ਲਓ ਤਾਂ ਠੀਕ ਹੋ ਜਾਓ। ਲੇਕਿਨ ਲੋਕ ਕੀ ਕਰਦੇ ਨੇ, ਐਂਟੀਬਾਇਓਟਿਕ ਦਾ ਮਿਸਯੂਜ਼ ਕਰ ਰਹੇ ਨੇ, ਔਰ ਜਦੋਂ ਉਸ ਐਂਟੀਬਾਇਓਟਿਕ ਦੀ ਉਹਨਾਂ ਨੂੰ ਲੋੜ ਪਏਗੀ ਫਿਰ ਉਹ ਕੰਮ ਨਹੀਂ ਕਰੇਗੀ, ਕਿਉਂਕਿ ਉਹਨਾਂ ਨੇ ਪੂਰੀ ਡੋਜ਼ ਨਹੀਂ ਲਈ, ਉਹਦੀ ਨਾ ਪੂਰੀ ਡੋਜ਼ ਲਈ, ਉਹ ਰੈਜ਼ਿਸਟੈਂਟ ਹੋ ਗਏ। ਸੋ ਇਹ ਸੈਲਫ ਮੈਡੀਕੇਸ਼ਨ ਬਹੁਤ ਵੱਡੀ ਮੁਸੀਬਤ ਹੈ ਹਿੰਦੁਸਤਾਨ 'ਚ। ਇਸ ਤਰੀਕੇ ਤੁਸੀਂ ਤਾਂ ਕਹਿ ਰਹੇ ਹੋ ਕਿ ਸੈਂਪਲ ਫੇਲ ਹੋ ਗਏ, ਚਲੋ ਸੈਂਪਲ ਫੇਲ ਤਾਂ ਜੋ ਹੈ ਸੋ ਹੈ, ਉਹ ਤਾਂ 3 ਦੇਸ਼ਾਂ 'ਚ ਫੇਲ ਹੋ ਚੁੱਕੇ। ਭਾਰਤ ਦੀ ਬੜੀ ਕਿਰਕਿਰੀ ਹੋਈ ਹੈ ਪੂਰੇ ਵਿਸ਼ਵ 'ਚ, 3 ਦੇਸ਼ਾਂ 'ਚ ਸੈਂਪਲ ਫੇਲ ਹੋਣਾ, ਉਹ ਵੀ ਆਈ ਡ੍ਰੌਪਸ ਵਰਗੀ, ਅਤੇ ਉਹ ਬਹੁਤ ਵੱਡੀ ਗੱਲ ਹੈ। ਔਰ ਬੱਚਿਆਂ ਦੀ ਕਫ ਸਿਰਪ ਹੋਈ ਹੈ ਇੱਕ ਅਫਰੀਕਾ 'ਚ ਫੇਲ। ਸੋ ਇਹ ਤਾਂ ਬਹੁਤ ਵੱਡਾ ਕੰਸਰਨ ਹੈ। ਔਰ ਉਸ ਤੋਂ ਪਹਿਲਾਂ ਵੀ ਇੱਕ ਪੰਜਾਬ ਦੀ ਇੱਕ ਵੱਡੀ ਫੈਕਟਰੀ US 'ਚ ਉਹਨਾਂ ਦਾ ਵੀ ਫੇਲ ਹੋ ਗਈ ਸੀ ਸੈਂਪਲਸ, ਔਰ ਉਹਨਾਂ ਨੂੰ ਇੰਨੀ ਪੈਨਲਟੀ ਪਈ ਕਿ ਉਹ ਅਦਾਰਾ ਹੀ ਬੰਦ ਕਰਨਾ ਪੈ ਗਿਆ।
ਸੋ ਇਹ ਮੁਸ਼ਕਲਾਂ ਤਾਂ ਹੈ, ਲੇਕਿਨ ਸੈਲਫ ਮੈਡੀਕੇਸ਼ਨ, ਆਪਣੇ ਆਪ ਜਾ ਕੇ ਦਵਾਈ ਲੈਣਾ, ਇਹ ਬਹੁਤ ਵੱਡੀ ਮੁਸੀਬਤ ਹੈ। ਤੁਹਾਨੂੰ ਦਵਾਈ ਲੈਣ ਦੀ ਲੋੜ ਨਹੀਂ ਹੈ। ਕੋਈ ਵੀ ਵਾਇਰਲ ਡਿਜ਼ੀਜ਼ ਹੈ ਉਹ 5 ਦਿਨ ਚ ਆਪਣੇ ਆਪ, ਮੈਕਸਿਮਮ 5 ਦਿਨ ਚ ਆਪਣੇ ਆਪ ਠੀਕ ਹੋ ਜਾਏਗੀ। ਈਵਨ ਕੋਵਿਡ ਹੈ ਜਿਹੜਾ, ਉਹ ਵੀ ਜਲਦੀ ਠੀਕ ਹੋ ਜਾਂਦਾ ਆਪਣੇ ਆਪ। ਹੁਣ ਜਿਹੜਾ ਓਮਿਕਰੋਨ ਵੇਰੀਐਂਟ ਚੱਲ ਰਿਹਾ ਹੈ, ਇਹਨੇ 4 ਦਿਨ ਚ ਆਪਣੇ ਆਪ ਠੀਕ ਹੋ ਜਾਣਾ। ਕਿਸੇ ਦਵਾਈ ਦੀ ਲੋੜ ਨਹੀਂ, ਇੱਕ ਵੀ ਦਵਾਈ ਦੀ ਲੋੜ ਨਹੀਂ। ਇਹ ਸਾਨੂੰ ਸਮਝ ਆਉਣ ਦੀ ਲੋੜ ਹੈ। ਮਤਲਬ ਲੋਕ ਪੈਨਿਕ ਕ੍ਰੀਏਟ ਕਰ ਲੈਂਦੇ, ਪੈਨਿਕ, ਲੋਕ ਡਰ ਜਾਂਦੇ ਨੇ ਫਿਰ ਦਵਾਈਆਂ ਲੈ ਲੈਂਦੇ ਨੇ। ਉਹਦਾ ਨੁਕਸਾਨ ਜ਼ਿਆਦਾ ਹੁੰਦਾ, ਫਾਇਦਾ ਘੱਟ ਹੁੰਦਾ। ਇਸੇ ਲਈ ਅਸੀਂ ਕਹਿੰਦੇ ਹਾਂ ਹੋਮਿਓਪੈਥੀ ਤੇ ਆਯੁਰਵੈਦਿਕ ਲੋ ਨੁਕਸਾਨ ਦਾ ਕੰਮ ਹੀ ਕੋਈ ਨਹੀਂ ਹੈ। ਬੱਚਿਆਂ ਨੂੰ ਆਰਾਮ ਨਾਲ ਖਾ। ਇੱਕ ਹੋਰ ਹੈ, ਹੋਮਿਓਪੈਥੀ ਇੰਨੀ ਸਸਤੀ ਹੈ ਕਿ ਜੇ ਦਵਾਈ ਦੀ ਅਸੀਂ ਕਾਸਟ ਦੇਖੀਏ ਤਾਂ 100 ਰੁਪਏ ਦੀ ਦਵਾਈ ਨਾਲ 1000 ਬੁਖਾਰ ਦੇ ਮਰੀਜ਼ ਠੀਕ ਹੋ ਸਕਦੇ ਨੇ। ਇਹ ਬਹੁਤ ਵੱਡਾ। ਅੱਛਾ, ਬੱਚਿਆਂ ਨੂੰ ਆਰਾਮ ਨਾਲ ਤੁਸੀਂ ਲੈ ਦੇ ਸਕਦੇ ਹੋ, ਮਿੱਠੀਆਂ ਗੋਲੀਆਂ ਨੇ, ਬੱਚੇ ਆਰਾਮ ਨਾਲ ਲੈ ਲੈਂਦੇ ਨੇ, ਕੋਈ ਮੁਸ਼ਕਿਲ ਨਹੀਂ ਹੈ। ਸੋ ਇਸ ਕਰਕੇ ਅੱਛਾ ਚਲੋ ਪੰਜਾਬ 'ਚ ਇੰਨੀ ਪੋਪੂਲਰ ਨਹੀਂ, ਜੇ ਬੰਗਾਲ 'ਚ ਜਾਓਗੇ ਤਾਂ ਲੋਕ ਉੱਥੇ, ਜਿੱਦਾਂ ਅਸੀਂ ਇੱਥੇ ਕਰੋਸਿਨ ਖਰੀਦਦੇ ਹਾਂ, ਉੱਥੇ ਲੋਕ ਨਕਸ ਵਾਮਿਕਾ ਖਰੀਦਦੇ ਨੇ। ਬੰਗਾਲ 'ਚ ਇੰਨੀ ਪੋਪੂਲਰ ਹੈ। ਬੰਗਾਲ 'ਚ ਜਿੱਥੇ ਆਈ ਸੀ ਇਹ ਸਭ ਤੋਂ ਪਹਿਲਾਂ ਕਲਕੱਤੇ ਸ਼ੁਰੂ ਹੋਈ ਸੀ, ਉੱਥੇ ਇੰਨੀ ਪੋਪੂਲਰ ਹੈ। ਅਸਾਮ ਔਰ ਬੰਗਾਲ 'ਚ ਲੋਕ ਨਕਸ ਵਾਮਿਕਾ ਕਾਊਂਟਰ 'ਤੇ ਜਾ ਕੇ ਖਰੀਦਦੇ ਨੇ ਤਾਂ ਕਿ ਐਸਿਡਿਟੀ ਨਾ ਹੋਵੇ, ਜਾਂ ਜੇ ਅੱਜ ਸ਼ਰਾਬ ਪੀ ਲਈ ਤਾਂ ਕੱਲ੍ਹ ਹੈਂਗਓਵਰ ਨਾ ਹੋਵੇ, ਉਹਦੀ ਦਵਾਈ ਹੈ। ਅੱਛਾ ਡਾਕਟਰ ਸਾਹਿਬ, ਮਤਲਬ ਇਹਦਾ ਪ੍ਰਚਾਰ ਜਾਂ ਫਿਰ ਪ੍ਰਸਾਰ 'ਚ ਕਮੀ ਕਿਉਂ ਰਹਿ ਗਈ? ਸਾਡਾ ਜਿਵੇਂ ਤੁਸੀਂ ਦੱਸਿਆ ਕਿ ਹੋਮਿਓਪੈਥੀ ਤੇ ਆਯੁਰਵੈਦਿਕ ਜਿਹੜੀਆਂ ਇਹ ਚੀਜ਼ਾਂ ਨੇ, ਇਹ ਚਲੋ ਹੁਣ ਕੇਂਦਰ ਸਰਕਾਰ ਲੱਗੀ ਹੈ, ਜਿਵੇਂ ਆਯੁਸ਼ਮਾਨ ਜਿਹੜੇ ਹੈਗੇ ਨੇ, ਹਾਲਾਂਕਿ ਉੱਥੇ ਵੀ ਕਈ ਦਵਾਈਆਂ ਇਹੋ ਜਿਹੀਆਂ ਨੇ ਕਿ ਉਹ ਨਹੀਂ ਮਿਲਦੀਆਂ। ਚਲੋ ਸਿਸਟਮ ਜਿਹੜਾ ਅੱਜ ਕੱਲ੍ਹ ਇਹੋ ਜਿਹਾ ਬਣਿਆ ਹੋਇਆ, ਕੀ ਕਰਨ ਦੀ ਜ਼ਰੂਰਤ ਹੈ? ਦੇਖੋ ਜੀ, ਗੱਲ ਇਹ ਹੈ, ਐਲੋਪੈਥੀ ਦੀ ਕੰਪੈਰੀਜ਼ਨ 'ਚ ਪੂਰੇ ਪੰਜਾਬ 'ਚ 200 ਡਿਸਪੈਂਸਰੀਆਂ ਹੋਮਿਓਪੈਥੀ ਦੀਆਂ, ਕੀ ਕਿਸ ਖਾਤੇ 'ਚ ਨੇ ਦੱਸੋ? ਦੂਜੀਆਂ ਬਣਾਓਗੇ ਤਾਂ ਹੋਣਗੀਆਂ 20,000। ਕੰਪੈਰੀਜ਼ਨ ਦੇਖੋ ਨਾ ਕਿੰਨੀਆਂ ਨੇ, ਨੰਬਰ ਹੈ ਹੀ ਨਹੀਂ। ਸਰਕਾਰਾਂ ਨੂੰ ਚਾਹੀਦਾ, ਆਯੂਸ਼ ਮੰਤਰਾਲੇ ਬਣਾ ਲਿਆ, ਉਹਦੇ 'ਚ ਬਜਟ ਦਿਓ। ਬਲਕਿ ਪਹਿਲਾ ਬਜਟ ਤਾਂ ਆਯੂਸ਼ ਮੰਤਰਾਲੇ ਨੂੰ ਚਾਹੀਦਾ। ਤੁਸੀਂ ਐਮਰਜੈਂਸੀ, ਠੀਕ ਹੈ, ਐਮਰਜੈਂਸੀ ਔਰ ਸਰਜਰੀ ਲਈ ਐਲੋਪੈਥਿਕ ਰੱਖੋ, ਕੋਈ ਨੁਕਸਾਨ ਨਹੀਂ ਹੈ, ਲੇਕਿਨ ਉਹਦੇ ਨਾਲ ਨਾਲ ਇੱਧਰ ਵੀ ਸਿਹਤ ਲਈ ਤਾਂ ਬਜਟ ਲਾਉਣਾ ਹੀ ਪੈਣਾ ਹੈ। ਕਿਉਂਕਿ ਦੇਖੋ, ਸਿਹਤ ਮੁੱਢਲੀ ਚੀਜ਼ ਹੈ, ਸਿਹਤ ਤੋਂ ਬਿਨਾਂ ਕੁਝ ਵੀ ਨਹੀਂ ਹੈ। ਜੇ ਬੰਦਾ ਸਿਹਤਮੰਦ ਹੀ ਨਹੀਂ ਹੈ ਤਾਂ ਹੋਰ ਕੁਝ ਕਰ ਹੀ ਨਹੀਂ ਸਕਦਾ। ਜੇ ਤੁਸੀਂ ਕਰੋੜਾਂ ਰੁਪਏ ਅਰਜਿਤ ਵੀ ਕਰ ਲਏ, ਜੇ ਉਹਨੂੰ ਤੁਸੀਂ ਇਸਤੇਮਾਲ ਨਹੀਂ ਕਰ ਸਕਦੇ ਤਾਂ ਫਾਇਦਾ ਕੀ ਹੈ? ਸੋ ਇਸ ਲਈ ਸਿਹਤ ਸੇਵਾਵਾਂ ਲਈ ਸਰਕਾਰਾਂ ਨੂੰ ਪੰਪਿੰਗ ਕਰਨਾ ਪਏਗਾ, ਪੈਸਿਆਂ ਨੂੰ ਬਜਟ ਲਾਣਾ ਪਏਗਾ। ਆਯੂਸ਼ ਡਿਪਾਰਟਮੈਂਟ ਦਾ ਬਣਾ ਲਿਆ। ਆਯੂਸ਼ ਡਿਪਾਰਟਮੈਂਟ 'ਚ ਹੋਮਿਓਪੈਥੀ, ਆਯੁਰਵੈਦਿਕ, ਸਿੱਧ, ਯੂਨਾਨੀ, ਸ਼ਾਇਦ ਹਲੇ ਤੁਹਾਨੂੰ ਨਾਮ ਹੀ ਨਹੀਂ ਪਤਾ ਹੋਣਾ ਵੀ ਸਿੱਧ ਯੂਨਾਨੀ ਵੀ ਹੈਗੀਆਂ। ਸੋ ਇਹ ਮੰਤਰਾਲੇ ਬਣਾ ਕੇ ਔਰ ਆਪਣੀ ਜ਼ਿੰਮੇਵਾਰੀ ਹਟਾ ਲਓ, ਇਹਦੇ ਨਾਲ ਨਹੀਂ ਗੱਲ ਬਣੇਗੀ। ਇਹ ਪੰਪਿੰਗ ਐਸਾ ਕਰਨਾ ਪਏਗਾ ਤਾਂ ਕਿ ਆਮ ਜਨਤਾ ਨੂੰ ਦੱਸਣਾ ਪਏਗਾ। ਆਯੁਰਵੇਦ ਸਾਰੀ ਦੁਨੀਆ ਨੂੰ ਪਤਾ ਹੈ। ਔਰ ਇੱਕ ਹੋਰ ਦੇਖੋ, ਪੂਰੇ ਵਿਸ਼ਵ 'ਚ ਆਯੁਰਵੇਦ ਅਪਣਾਇਆ ਗਿਆ। ਅਮਰੀਕਾ ਸਭ ਤੋਂ ਜ਼ਿਆਦਾ ਆਯੁਰਵੈਦਿਕ ਹੈ ਇਸ ਵਕਤ। ਆਯੁਰਵੇਦ ਤੇ ਯੋਗ ਅਮਰੀਕਾ 'ਚ ਇਸ ਵਕਤ ਸਭ ਤੋਂ ਜ਼ਿਆਦਾ ਇਸਤੇਮਾਲ ਹੋ ਰਿਹਾ। ਉਹ ਕਿਉਂ ਹੋ ਰਿਹਾ? ਕਿਉਂਕਿ ਉਹਨਾਂ ਨੂੰ ਸਾਡੇ ਫਾਇਦੇ ਪਤਾ ਲੱਗ ਗਏ ਨੇ। ਹਲਦੀ ਦਾ ਪੇਟੈਂਟ ਅਮਰੀਕਾ ਨੇ ਕਰਾਇਆ। ਉਹ ਕਹਿੰਦੇ ਨੇ ਆ ਐਂਟੀ ਇਨਫਲੇਮੇਟਰੀ ਗੁਣ ਹੈ ਇਹਦੇ 'ਚ। ਉਹਨਾਂ ਨੂੰ ਕੌਣ ਦੱਸੇ ਵੀ ਹਿੰਦੁਸਤਾਨ 'ਚ ਤਾਂ ਸਦੀਆਂ ਤੋਂ ਇਸਤੇਮਾਲ ਹੋ ਰਹੀ ਹੈ। ਜਿਹਨੂੰ ਚੋਟ ਲੱਗਦੀ ਹੈ ਉੱਤੇ ਵੀ ਹਲਦੀ ਲਾ ਦਿੰਦੇ ਤੇ ਦੁੱਧ 'ਚ ਹਲਦੀ ਪਾ ਕੇ ਕਹਿੰਦੇ ਲੈ ਬਈ ਪੀ ਲੈ, ਮਾਂ ਕਹਿੰਦੀ ਆ ਪੀ ਲੈ, ਹੋ ਜਾਏਗਾ ਠੀਕ। ਸੋ ਇਹ ਬਿਲਕੁਲ ਇਹ ਉਲਟ ਗੰਗਾ ਚੱਲ ਰਹੀ ਹੈ ਤੇ ਹਿੰਦੁਸਤਾਨ ਅੰਗਰੇਜ਼ੀ ਵੱਲ ਦੌੜ ਰਿਹਾ ਤੇ ਉਹ ਆਯੁਰਵੇਦ ਵੱਲ ਔਰ ਹੋਮਿਓਪੈਥੀ ਵੱਲ ਦੌੜ ਰਹੇ ਨੇ। ਜੀ, ਬਹੁਤ ਬਹੁਤ ਸ਼ੁਕਰੀਆ ਗੱਲ ਕਰਨ ਲਈ। ਥੈਂਕ ਯੂ। ਤਾਂ ਸਾਡੇ ਨਾਲ ਇਹ ਸਨ ਮੰਨੇ ਪ੍ਰਮੰਨੇ ਡਾਕਟਰ ਖਰਬੰਦਾ ਜੀ। ਸਾਫ਼ ਤੌਰ 'ਤੇ ਜਿੱਥੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਲੋਕਾਂ ਦਾ ਰੁਝਾਨ ਜਿਹੜਾ ਹੈਗਾ ਉਹ ਐਲੋਪੈਥੀ ਦਵਾਈਆਂ ਵੱਲ ਜਾ ਰਿਹਾ, ਤਾਂ ਕਿਤੇ ਨਾ ਕਿਤੇ ਜਿਹੜੀ ਹੋਮੋਪੈਥੀ ਹੈ ਜਾਂ ਆਯੁਰਵੈਦਿਕ ਜਾਂ ਜਿਸ ਤਰੀਕੇ ਦੇ ਨਾਲ ਵਰਲਡ ਦੇ ਵਿੱਚ ਜਿਹੜੇ ਵਰਲਡ ਲੀਡਰ ਨੇ ਉਹ ਭਾਰਤੀ ਜਿਹੜੇ ਆਯੁਰਵੈਦਿਕ ਹੈ ਜਾਂ ਹੋਮਿਓਪੈਥੀ ਹੈ ਉਸ ਵੱਲ ਨੂੰ ਜਾ ਰਹੇ ਨੇ, ਤੇ ਸਾਡਾ ਭਾਰਤ ਜਿਹੜਾ ਹੈਗਾ ਕਿਤੇ ਨਾ ਕਿਤੇ ਉਹ ਦੂਜਿਆਂ ਵੱਲ ਦੇਖ ਰਿਹਾ। ਜਦ ਕਿ ਚਾਹੀਦਾ ਇਹ ਹੈ ਕਿ ਜਿਹੜੇ ਆਯੁਸ਼ਮਾਨ ਜਿਹੜੇ ਹੁਣ ਕੇਂਦਰ ਮੰਤਰਾਲੇ ਵੱਲੋਂ ਜਿਸ ਤਰੀਕੇ ਨਾਲ ਨਵੀਂ ਪਹਿਲ ਕਦਮੀ ਕੀਤੀ ਗਈ ਹੈ, ਤਾਂ ਬਜਟ ਜਿਹੜਾ ਹੈਗਾ ਸਰਕਾਰਾਂ, ਚਾਹੇ ਉਹ ਸੂਬਾ ਸਰਕਾਰਾਂ ਹੋਣ ਚਾਹੇ ਕੇਂਦਰ ਸਰਕਾਰ ਹੋਵੇ, ਬਜਟ ਇਸ ਤਰੀਕੇ ਦਾ ਰੱਖਿਆ ਜਾਣਾ ਚਾਹੀਦਾ ਜਿਸ ਨਾਲ ਆਮ ਲੋਕਾਂ ਨੂੰ ਵੀ ਰਾਹਤ ਮਿਲੇ। ਕਿਉਂਕਿ ਇਹ ਜਿਹੜੀਆਂ ਦਵਾਈਆਂ ਹਨ ਸਸਤੀਆਂ ਹਨ ਤੇ ਹੁਣ ਜਿਹੜੀਆਂ ਤੇਜ਼ੀ ਦੇ ਨਾਲ ਬਿਮਾਰੀਆਂ ਫੈਲ ਰਹੀਆਂ ਹਨ ਉਹਨਾਂ ਨੂੰ ਵੀ ਖਤਮ ਕਰਨ ਦੇ ਵਿੱਚ ਇਹ ਸક્ષਮ ਹਨ। ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਨਾਲ ਜਗਬਾਣੀ ਲਈ ਵਰੁਣ ਭੱਟ।